हाँ जी, सत श्री अकाल स्टूडेंट्स। मैं राजू सिंह ढालीवाल, प्रोफैसर करनल डिग्री कालेज ਝੂਲੜਕਰ ਹਾਂ। ਅੱਜ ਆਪਾਂ ਅਗਲਾ ਲੈਕਚਰ ਲੈ ਕੇ ਆਏ ਹਾਂ ਜਿਹਦਾ ਨਾਮ ਹੈ ਡੈਮੋਕ੍ਰੇਸੀ, ਮੀਨਿੰਗ ਐਂਡ ਕਰੈਕਟਰਿਸਟਿਕਸ। ਲੋਕਤੰਤਰ, ਅਰਥ ਅਤੇ ਵਿਸ਼ੇਸ਼ਤਾਵਾਂ। ਪਹਿਲਾਂ ਵੀ ਤੁਸੀਂ ਲੋਕਤੰਤਰ ਬਾਰੇ ਕਾਫੀ ਸੁਣਿਆ ਹੋਣਾ ਤੇ ਲੋਕਤੰਤਰ ਬਾਰੇ ਕਾਫੀ ਚਰਚਾ ਵੀ ਛਿੜਦੀ ਹੈ ਕਿਉਂਕਿ ਭਾਰਤ ਇੱਕ ਡੈਮੋਕ੍ਰੇਟਿਕ ਕੰਟਰੀ ਹੈ। ਤੇ ਅੱਜ ਜੇ ਆਪਾਂ ਆਲ ਓਵਰ ਵਰਲਡ ਦੇ ਵਿੱਚ ਦੇਖੀਏ ਤਾਂ ਜ਼ਿਆਦਾਤਰ ਜਿਹੜੀਆਂ ਕੰਟਰੀਆਂ ਨੇਗੀਆਂ ਉੱਥੇ ਡੈਮੋਕ੍ਰੇਸੀ ਹੈ। ਤਾਂ ਅੱਜ ਆਪਾਂ ਇਸੇ ਡੈਮੋਕ੍ਰੇਸੀ ਬਾਰੇ ਸਮਝਣਾ ਹੈ ਕਿ ਡੈਮੋਕ੍ਰੇਸੀ ਅਸਲ ਦੇ ਵਿੱਚ ਕਿਹਨੂੰ ਕਿਹਾ ਜਾਂਦਾ ਹੈ, ਕਿਵੇਂ ਇਹਦੀ ਉਤਪਤੀ ਹੋਈ ਤੇ ਇਹਦੀਆਂ ਕੀ ਕੀ ਵਿਸ਼ੇਸ਼ਤਾਵਾਂ ਨੇ ਜਾਂ ਇਹਦੀਆਂ ਪਰਿਭਾਸ਼ਾਵਾਂ ਕੀ ਨੇ। ਤਾਂ ਸਭ ਤੋਂ ਪਹਿਲਾਂ ਲੋਕਤੰਤਰ ਸ਼ਬਦ ਦੀ ਉਤਪਤੀ ਬਾਰੇ ਚਰਚਾ ਕਰਦੇ ਹਾਂ। ਦੇਖੋ, ਲੋਕਤੰਤਰ ਜਿਹੜਾ ਸ਼ਬਦ ਹੈ ਇਹ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਡੈਮੋਕ੍ਰੇਸੀ। ਇਹ ਤੋਂ ਲਿਆ ਗਿਆ ਹੈ ਲੋਕਤੰਤਰ ਸ਼ਬਦ। ਤੇ ਡੈਮੋਕ੍ਰੇਸੀ ਸ਼ਬਦ ਹੈ ਜਿਹੜਾ ਉਹ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ। ਇੱਕ ਤਾਂ ਹੈਗਾ ਡੈਮੋਸ ਤੇ ਇੱਕ ਕ੍ਰੈਟੋਸ। ਦੇਖੋ, ਜੇ ਜਿਹੜਾ ਡੈਮੋਸ ਸ਼ਬਦ ਹੈ ਇਹਦਾ ਅਰਥ ਹੈਗਾ ਲੋਕ, ਜਿਹੜਾ ਕ੍ਰੈਟੋਸ ਇਹਦਾ ਅਰਥ ਹੈਗਾ ਸ਼ਕਤੀ। ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਵੀ ਡੈਮੋਕ੍ਰੇਸੀ ਦਾ ਅਰਥ ਫਿਰ ਕੀ ਹੋ ਜਾਂਦਾ ਹੈ, ਲੋਕ ਸ਼ਕਤੀ ਜਾਂ ਅਜਿਹੀ ਸ਼ਾਸਨ ਪ੍ਰਣਾਲੀ ਜਿਸ ਵਿੱਚ ਸ਼ਾਸਨ ਦੀ ਜਿਹੜੀ ਅਸਲ ਸ਼ਕਤੀ ਹੈ ਉਹ ਲੋਕਾਂ ਕੋਲ ਹੁੰਦੀ ਹੈ। ਤੁਸੀਂ ਭਾਰਤ ਦੇ ਵਿੱਚ ਵੀ ਦੇਖੀ ਹੈ ਆਪਾਂ ਨੇ, ਤਾਂ ਆਪਣੇ ਇੰਡੀਆ ਦੇ ਵਿੱਚ ਜਿਹੜਾ ਡੈਮੋਕ੍ਰੇਸੀ ਆਪਾਂ ਦੇਖਦੇ ਹਾਂ ਇਹਨੂੰ ਆਪਾਂ ਕਹਿੰਦੇ ਹਾਂ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ, ਕਿਉਂਕਿ ਲੋਕ ਆਪਣੇ ਰਿਪਰੈਜ਼ੈਂਟੇਟਿਵ ਮਤਲਬ ਪ੍ਰਤੀਨਿਧੀ ਚੁਣਦੇ ਨੇ ਜਿਹੜੇ ਕੀ ਆ ਸ਼ਾਸਨ ਕਰਦੇ ਨੇ। ਤਾਂ ਉਹ ਡਾਇਰੈਕਟਲੀ ਇਨਡਾਇਰੈਕਟਲੀ ਲੋਕਾਂ ਦੁਆਰਾ ਚੁਣੇ ਜਾਂਦੇ ਨੇ। ਠੀਕ ਹੈ ਜੀ, ਇਹ ਸੀਗਾ ਇਹਦਾ ਜਿਹੜਾ ਲੋਕਤੰਤਰ ਸ਼ਬਦ ਦੀ ਉਤਪਤੀ ਬਾਰੇ। ਯੂਨਾਨੀ ਭਾਸ਼ਾ ਦਾ ਸ਼ਬਦ ਹੈ, ਦੋ ਸ਼ਬਦ ਨੇ ਯੂਨਾਨੀ ਭਾਸ਼ਾ ਦੇ, ਡੈਮੋਸ ਤੇ ਕ੍ਰੈਟੋਸ, ਇਹਨਾਂ ਤੋਂ ਮਿਲ ਕੇ ਬਣਿਆ। ਹੁਣ ਆਪਾਂ ਅੱਗੇ ਚੱਲਦੇ ਹਾਂ। ਦੇਖੋ, ਲੋਕਤੰਤਰ ਦੀਆਂ ਪਰਿਭਾਸ਼ਾਵਾਂ। ਲੋਕਤੰਤਰ ਦੀਆਂ ਪਰਿਭਾਸ਼ਾਵਾਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਨੇ ਲੋਕਤੰਤਰ ਦੀਆਂ। ਇਹਨਾਂ ਵਿੱਚੋਂ ਜਿਹੜੇ ਮੁੱਖ ਤੌਰ 'ਤੇ ਮੇਨ ਜਿਹੜੇ ਪੋਲੀਟੀਕਲ ਸਾਇੰਸ ਦੇ ਵਿਦਵਾਨ ਹੋਏ ਨੇ ਉਹਨਾਂ ਦੇ ਪਰਿਭਾਸ਼ਾਵਾਂ ਬਾਰੇ ਆਪਾਂ ਚਰਚਾ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਪਰਿਭਾਸ਼ਾ ਹੈ ਤੇ ਬਹੁਤ ਹੀ ਸੁੰਦਰ ਪਰਿਭਾਸ਼ਾ ਹੈ ਉਹ ਹੈ ਲਾਰਡ ਬਰਾਈਸ ਦੀ। ਲਾਰਡ ਬਰਾਈਸ ਦੇ ਅਨੁਸਾਰ ਲੋਕਤੰਤਰ ਸਰਕਾਰ ਦਾ ਉਹ ਰੂਪ ਹੈ ਜਿਸ ਵਿੱਚ ਰਾਜ ਦੀ ਸ਼ਾਸਨ ਦੀ ਸ਼ਕਤੀ ਕਿਸੇ ਇੱਕ ਵਰਗ ਜਾਂ ਵਰਗਾਂ ਕੋਲ ਨਹੀਂ, ਸਗੋਂ ਸਮਾਜ ਦੇ ਸਾਰੇ ਮੈਂਬਰਾਂ ਨੂੰ ਸਮੂਹਿਕ ਤੌਰ 'ਤੇ ਪ੍ਰਾਪਤ ਹੁੰਦੀ ਹੈ। ਕਹਿਣ ਦਾ ਮਤਲਬ ਸ਼ਾਸਨ ਕੋਈ ਇੱਕ ਵਿਅਕਤੀ ਜਾਂ ਇੱਕ ਵਰਗ ਜਾਂ ਕਈ ਵਰਗ ਮਿਲ ਕੇ ਨਹੀਂ ਕਰਦੇ, ਸਗੋਂ ਸਮਾਜ ਦੇ ਸਾਰੇ ਮੈਂਬਰ ਸਮੂਹਿਕ ਤੌਰ 'ਤੇ ਕਲੈਕਟਿਵਲੀ ਮਿਲ ਕੇ ਕੀ ਹੈ ਸ਼ਾਸਨ ਕਰਦੇ ਨੇ। ਤਾਂ ਇਹਨੂੰ ਆਪਾਂ ਕੀ ਕਹਿੰਦੇ ਆ, ਡੈਮੋਕ੍ਰੇਸੀ। ਤਾਂ ਇਹ ਸੀਗੀ ਲਾਰਡ ਬਰਾਈਸ ਦੀ ਜਿਹੜੀ ਪਰਿਭਾਸ਼ਾ। ਇਹ ਤੋਂ ਬਾਅਦ ਪ੍ਰੋਫੈਸਰ ਸ਼ੀਲੇ ਦੇ ਅਨੁਸਾਰ ਦੇਖੋ ਕੀ ਹੈ ਲੋਕਤੰਤਰ। ਸ਼ੀਲੇ ਕਹਿੰਦਾ ਲੋਕਤੰਤਰ ਉਹ ਸਰਕਾਰ ਹੈ ਜਿਸ ਵਿੱਚ ਹਰ ਵਿਅਕਤੀ ਹਿੱਸੇਦਾਰ ਹੁੰਦਾ ਹੈ। ਮਤਲਬ ਹਰ ਇੱਕ ਵਿਅਕਤੀ ਜਿਹੜਾ ਸਮਾਜ ਦਾ ਮੈਂਬਰ ਹੈ ਉਹ ਇਸ ਸਰਕਾਰ ਦੇ ਵਿੱਚ ਹਿੱਸਾ ਪਾਉਂਦਾ ਹੈ। ਤਾਂ ਆਪਾਂ ਦੇਖਦੇ ਹਾਂ ਇੰਡੀਆ ਦੇ ਵਿੱਚ ਵੀ ਕੀ ਹੈ, ਜਿਹੜੀ ਡੈਮੋਕ੍ਰੇਸੀ ਹੈ ਉਹਦੇ 'ਚ ਹਰ ਇੱਕ ਵਿਅਕਤੀ ਦਾ ਹਿੱਸਾ ਹੈ ਜਿਹੜਾ ਭਾਰਤ ਦਾ ਨਾਗਰਿਕ ਹੈ। ਇਹ ਤੋਂ ਬਾਅਦ ਅਬਰਾਹਮ ਲਿੰਕਨ, ਇੱਥੇ ਟੈਂਕਾ ਗਲਤੀ ਨਾਲ ਪੈ ਗਿਆ, ਇੱਥੇ ਇਬਰਾਹਮ ਲਿੰਕਨ ਹੋਣਾ ਸੀਗਾ। ਠੀਕ ਹੈ, ਇਬਰਾਹਮ ਲਿੰਕਨ ਬਾਰੇ ਤੁਸੀਂ ਜਾਣਦੇ ਹੋ, ਅਮਰੀਕਾ ਦੇ ਬਹੁਤ ਹੀ ਪ੍ਰਸਿੱਧ ਰਾਸ਼ਟਰਪਤੀ ਹੋਏ ਨੇ ਤੇ ਇਹਨਾਂ ਦੀ ਇਹ ਪਰਿਭਾਸ਼ਾ ਵੀ ਬਹੁਤ ਮਸ਼ਹੂਰ ਹੈ, ਤੁਸੀਂ ਪਹਿਲਾਂ ਵੀ ਸੁਣੀ ਹੋਣੀ। ਲੋਕਤੰਤਰ ਲੋਕਾਂ ਦੀ, ਲੋਕਾਂ ਦੇ ਲਈ ਅਤੇ ਲੋਕਾਂ ਦੁਆਰਾ ਬਣਾਈ ਗਈ ਸਰਕਾਰ ਹੈ। ਠੀਕ ਹੈ, ਇਹ ਤਾਂ ਜਿਹੜੀ ਪਰਿਭਾਸ਼ਾ ਬਹੁਤ ਹੀ ਪ੍ਰਸਿੱਧ ਹੈ। ਲੋਕਤੰਤਰ ਲੋਕਾਂ ਦੀ, ਲੋਕਾਂ ਦੇ ਲਈ ਅਤੇ ਲੋਕਾਂ ਦੁਆਰਾ ਬਣਾਈ ਗਈ ਸਰਕਾਰ ਹੁੰਦੀ ਹੈ।
ਠੀਕ ਹੈ ਜੀ। ਇਹ ਸੀ ਕੁਝ ਪਰਿਭਾਸ਼ਾਵਾਂ। ਤੇ ਇਹਨਾਂ ਪਰਿਭਾਸ਼ਾਵਾਂ ਤੋਂ ਆਪਾਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਲੋਕਤੰਤਰ ਇੱਕ ਅਜਿਹੀ ਪ੍ਰਣਾਲੀ ਹੈ ਜਿਹਦੇ ਵਿੱਚ ਲੋਕ ਖੁਦ ਆਪਣੇ ਆਪ ਰਿਸਪੌਂਸੀਬਲ ਹੁੰਦੇ ਨੇ ਤੇ ਆਪਣੇ ਆਪ ਸ਼ਾਸਨ ਕਰਦੇ ਨੇ। ਠੀਕ ਹੈ। ਇਹ ਤੋਂ ਬਾਅਦ ਅੱਗੇ ਚੱਲਦੇ ਹਾਂ। ਇਹ ਤੋਂ ਬਾਅਦ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ। ਦੇਖੋ, ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਇੱਕ ਅੱਧੀ ਨਹੀਂ ਹੋ ਸਕਦੀ, ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ ਲੋਕਤੰਤਰ ਦੀਆਂ। ਪਰ ਫਿਰ ਵੀ ਇੱਥੇ ਜਿਹੜੀਆਂ ਮੇਨ ਪਰਿਭਾਸ਼ਾਵਾਂ ਨੇ, ਮੁੱਖ ਤੌਰ 'ਤੇ ਜਿਹੜੀਆਂ ਪਰਿਭਾਸ਼ਾਵਾਂ ਮੰਨੀਆਂ ਜਾਂਦੀਆਂ ਨੇ, ਸੌਰੀ ਪਰਿਭਾਸ਼ਾਵਾਂ ਕਹਿ ਰਿਹਾ ਮੈਂ, ਵਿਸ਼ੇਸ਼ਤਾਵਾਂ, ਜਿਹੜੀਆਂ ਮੁੱਖ ਤੌਰ 'ਤੇ ਵਿਸ਼ੇਸ਼ਤਾਵਾਂ ਮੰਨੀਆਂ ਜਾਂਦੀਆਂ ਜਿਹੜੇ ਕਿ ਬਹੁਤ ਜ਼ਰੂਰੀ ਨੇ, ਉਹਨਾਂ ਬਾਰੇ ਆਪਾਂ ਚਰਚਾ ਕਰਨੀ ਹੈ। ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈਗਾ ਉਹ ਹੈਗਾ ਪ੍ਰਭੂ ਸੱਤਾ ਲੋਕਾਂ ਕੋਲ। ਠੀਕ ਹੈ। ਜਿਹੜਾ ਦੇਖੋ ਲੋਕਤੰਤਰ ਹੈ, ਸੌਰੀ ਉਹਦੇ ਵਿੱਚ ਜਿਹੜੀ ਅਸਲ ਵਿੱਚ ਪ੍ਰਭੂ ਸੱਤਾ ਹੈ ਉਹ ਲੋਕਾਂ ਦੇ ਕੋਲ ਹੁੰਦੀ ਹੈ। ਪ੍ਰਭੂ ਸੱਤਾ ਤੋਂ ਮਤਲਬ ਤੁਸੀਂ ਸਮਝਦੇ ਹੋਣੇ ਕਿ ਵੀ ਜਿਹੜੀ ਅਸਲ ਤਾਕਤ ਹੈ, ਅਸਲ ਸ਼ਕਤੀ ਹੈ, ਉਹ ਲੋਕਾਂ ਦੇ ਕੋਲ ਹੁੰਦੀ ਹੈ। ਤਾਂ ਜਦੋਂ ਵੀ ਦੇਖੋ ਲੋਕਾਂ ਕੋਲੇ ਪਾਵਰ ਹੈ ਕਿ ਜਦੋਂ ਵੀ ਉਹ ਚਾਹਣ ਉਹ ਸਰਕਾਰ ਬਦਲ ਸਕਦੇ ਨੇ। ਠੀਕ ਹੈ। ਜੇ ਉਹਨਾਂ ਦੁਆਰਾ ਬਣਾਈ ਗਈ ਸਰਕਾਰ ਉਹਨਾਂ ਦੇ ਅਨੁਸਾਰ ਕੰਮ ਨਹੀਂ ਕਰ ਰਹੀ ਤਾਂ ਬਦਲ ਸਕਦੇ ਨੇ। ਠੀਕ ਹੈ। ਤਾਂ ਇਸ ਤਰ੍ਹਾਂ ਜਿਹੜੀ ਸ਼ਕਤੀ ਹੈ, ਅਸਲ ਪ੍ਰਭੂ ਸੱਤਾ ਹੈ, ਉਹ ਲੋਕਾਂ ਦੇ ਕੋਲ ਹੁੰਦੀ ਹੈ। ਇਹ ਤੋਂ ਬਾਅਦ ਰਾਜ ਅਤੇ ਸਰਕਾਰ ਨੂੰ ਸਾਧਨ ਮੰਨਿਆ ਜਾਂਦਾ ਹੈ। ਦੂਸਰਾ ਪੁਆਇੰਟ ਹੈ ਰਾਜ ਅਤੇ ਸਰਕਾਰ ਨੂੰ ਸਿਰਫ ਇੱਕ ਸਾਧਨ ਮੰਨਿਆ ਜਾਂਦਾ ਹੈ। ਉਦੇਸ਼ ਕੌਣ ਹੈ? ਉਦੇਸ਼ ਵਿਅਕਤੀ ਹੁੰਦਾ ਹੈ। ਠੀਕ ਹੈ। ਮਤਲਬ ਰਾਜ ਅਤੇ ਸਰਕਾਰ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇਗੀਆਂ ਜਿਹੜੀਆਂ ਕਿ ਲੋਕਾਂ ਦੇ ਲਈ ਬਣਾਈਆਂ ਗਈਆਂ ਨੇ। ਮਤਲਬ ਲੋਕਾਂ ਦੇ ਲਈ ਬਣਾਈਆਂ ਜਾਣ ਤੋਂ ਮਤਲਬ ਉਹ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦੀਆਂ ਨੇ। ਠੀਕ ਹੈ। ਲੋਕਾਂ ਨੇ, ਨਾਗਰਿਕਾਂ ਨੇ ਉਹਦੇ ਲਈ ਕੁਝ ਨਹੀਂ ਕਰਨਾ। ਸਰਕਾਰ ਤੇ ਰਾਜ ਦਾ ਕੰਮ ਹੈ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ 'ਚ ਰੱਖ ਕੇ ਤੇ ਉਹਨਾਂ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਵੇ ਤੇ ਇਸ ਤਰ੍ਹਾਂ ਦੇ ਹਾਲਾਤ ਬਣਾਵੇ ਜਿਹਦੇ ਨਾਲ ਕਿ ਹਰੇਕ ਵਿਅਕਤੀ ਦਾ ਵਿਕਾਸ ਹੋ ਸਕੇ। ਠੀਕ ਹੈ ਜੀ। ਇਹ ਤੋਂ ਬਾਅਦ ਸੁਤੰਤਰਤਾ। ਸੁਤੰਤਰਤਾ ਸਭ ਤੋਂ ਮੇਨ ਵਿਸ਼ੇਸ਼ਤਾ ਹੈਗੀ ਹੈ ਇਹ ਜਿਹੜਾ ਆਪਣਾ ਡੈਮੋਕ੍ਰੇਸੀ ਦੀ। ਠੀਕ ਹੈ। ਕਿਉਂਕਿ ਜਦੋਂ ਵਿਅਕਤੀ ਸੁਤੰਤਰ ਨਹੀਂ ਹੁੰਦਾ ਤਾਂ ਉਸ ਫਾਰਮ ਦੇ ਵਿੱਚ ਡੈਮੋਕ੍ਰੇਸੀ ਵੀ ਫਿਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ। ਠੀਕ ਹੈ। ਤਾਂ ਲਿਬਰਟੀ ਦਾ ਹੋਣਾ, ਸੁਤੰਤਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਤਾਂ ਅਗਲਾ ਪੁਆਇੰਟ ਹੈਗਾ ਸਮਾਨਤਾ, ਇਕੁਐਲਿਟੀ। ਵੈਸੇ ਤਾਂ ਜੇ ਆਪਾਂ ਸੁਤੰਤਰਤਾ ਅਤੇ ਸਮਾਨਤਾ ਦੀ ਗੱਲ ਕਰੀਏ ਤਾਂ ਇਹ ਦੋਨੇ ਸਕੀਆਂ ਭੈਣਾਂ ਨੇ, ਇਹ ਕਹਿ ਸਕਦੇ ਹਾਂ, ਕਿਉਂਕਿ ਸੁਤੰਤਰਤਾ ਤੋਂ ਬਗੈਰ ਸਮਾਨਤਾ ਐਗਜ਼ਿਸਟ ਨਹੀਂ ਕਰ ਸਕਦੀ ਤੇ ਸਮਾਨਤਾ ਤੋਂ ਬਗੈਰ ਸੁਤੰਤਰਤਾ ਐਗਜ਼ਿਸਟ ਨਹੀਂ ਕਰ ਸਕਦੀ। ਸਮਾਜ ਦੇ ਵਿੱਚ ਸਮਾਨਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਮਤਲਬ ਹਰੇਕ ਵਿਅਕਤੀ, ਚਾਹੇ ਉਹ ਕਿਸੇ ਵੀ ਜਾਤ, ਕਿਸੇ ਵੀ ਧਰਮ, ਕਿਸੇ ਵੀ ਲਿੰਗ, ਕਿਸੇ ਵੀ ਵਰਗ ਨਾਲ ਸੰਬੰਧ ਰੱਖਦਾ, ਉਹਦੇ ਨਾਲ ਇਕੁਅਲ ਬਿਹੇਵੀਅਰ ਹੋਣਾ ਚਾਹੀਦਾ। ਠੀਕ ਹੈ। ਉਹਨੂੰ ਕੀ ਸਮਾਨ ਹੋਣਾ ਚਾਹੀਦਾ, ਉਹਨੂੰ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਨੇ ਤੇ ਕਿਸੇ ਨੂੰ ਵੀ ਕੋਈ ਵਿਸ਼ੇਸ਼ ਅਧਿਕਾਰ ਸਮਾਜ ਦੇ ਵਿੱਚ ਨਹੀਂ ਮਿਲਣੇ ਚਾਹੀਦੇ। ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪੁਆਇੰਟ ਹੈਗਾ ਪੰਜਵਾਂ ਜਿਹੜਾ ਪੁਆਇੰਟ ਹੈ ਭਰਾਤਰੀ ਭਾਵ, ਫਰੈਟਰਨਿਟੀ। ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਜਿਹੜੀ ਪ੍ਰੀਐਂਬਲ ਹੈ ਉਹਦੇ ਵਿੱਚ ਵੀ ਤਿੰਨੇ ਸ਼ਬਦ ਤੁਹਾਨੂੰ ਦੇਖਣ ਨੂੰ ਮਿਲਦੇ ਨੇ: ਸੁਤੰਤਰਤਾ, ਸਮਾਨਤਾ ਤੇ ਭਰਾਤਰੀ ਭਾਵ। ਇਕੁਐਲਿਟੀ, ਲਿਬਰਟੀ ਐਂਡ ਫਰੈਟਰਨਿਟੀ। ਇਹ ਤਿੰਨੇ ਸ਼ਬਦ ਫਰੈਂਚ ਰੈਵੋਲੂਸ਼ਨ ਦੀ ਦੇਣ ਨੇ। ਫਰਾਂਸ ਦੇ ਵਿੱਚ ਕ੍ਰਾਂਤੀ ਹੋਈ ਸੀਗੀ, ਉਸ ਕ੍ਰਾਂਤੀ ਦੇ ਇਹ ਤਿੰਨੇ ਸ਼ਬਦ ਦੇਣ ਨੇ ਤੇ ਉੱਥੋਂ ਹੀ ਕੀ ਹੈ ਭਾਰਤੀ ਕੌਨਸਟੀਟਿਊਸ਼ਨ ਦੇ ਵਿੱਚ ਇਹਨੂੰ ਸ਼ਾਮਲ ਕੀਤਾ ਗਿਆ। ਜਿਹੜਾ ਪੰਜਵਾਂ ਪੁਆਇੰਟ ਹੈ ਭਰਾਤਰੀ ਭਾਵ, ਇਹ ਤੋਂ ਮੀਨਸ ਹੈ ਕਿ ਵੀ ਜਿਹੜੇ ਸਮਾਜ ਦੇ ਲੋਕ ਨੇ ਉਹ ਆਪਸ ਦੇ ਵਿੱਚ ਮਿਲ ਜੁਲ ਕੇ ਇੱਕ ਭਾਈਚਾਰੇ ਦੇ ਵਿੱਚ ਰਹਿਣ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਤੱਕ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਭਾਈਚਾਰਾ ਨਹੀਂ ਹੋਊਗਾ ਤਾਂ ਸਮਾਜ ਦੇ ਵਿੱਚ ਸ਼ਾਂਤੀ ਦਾ ਨਿਰਮਾਣ ਨਹੀਂ ਹੋ ਸਕਦਾ ਤੇ ਜਿੰਨਾ ਚਿਰ ਤੱਕ ਸਮਾਜ ਦੇ ਵਿੱਚ ਸ਼ਾਂਤੀ ਨਹੀਂ ਬਣਦੀ ਉਹਨਾਂ ਚਿਰ ਤੱਕ ਵਿਕਾਸ ਵੀ ਅਸੰਭਵ ਹੈ। ਅਸੀਂ ਦੇਖਦੇ ਹਾਂ ਨਾ, ਜਿਹੜੇ ਅੱਜ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਅੰਦਰੂਨੀ ਤੌਰ 'ਤੇ ਸ਼ਾਂਤੀ ਕਾਇਮ ਨਹੀਂ ਰੱਖੀ ਜਾ ਸਕੀ। ਇਸ ਕਰਕੇ ਅੱਜ ਵੀ ਕੀ ਹੈ ਉਹਨਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਨਹੀਂ ਬਣੀ ਤੇ ਉਹਨਾਂ ਨੇ ਵਿਕਾਸ ਵੀ ਬਿਲਕੁਲ ਨਹੀਂ ਕੀਤਾ। ਠੀਕ ਹੈ। ਜਿੱਥੇ ਭਰਾਤਰੀ ਭਾਵ ਹੈ, ਜਿੱਥੇ ਲੋਕ ਭਾਈਚਾਰੇ ਦੇ ਵਿੱਚ ਰਹਿੰਦੇ ਨੇ ਉੱਥੇ ਹੀ ਸ਼ਾਂਤੀ ਐਗਜ਼ਿਸਟ ਕਰ ਸਕਦੀ ਤੇ ਜਿੱਥੇ ਸ਼ਾਂਤੀ ਹੈ ਉੱਥੇ ਹੀ ਵਿਕਾਸ ਹੋ ਸਕਦਾ। ਠੀਕ ਹੈ। ਇਸ ਤੋਂ ਬਾਅਦ ਅਗਲਾ ਪੁਆਇੰਟ ਮੌਲਿਕ ਅਧਿਕਾਰਾਂ ਦੀ ਵਿਵਸਥਾ, ਫੰਡਾਮੈਂਟਲ ਰਾਈਟਸ। ਦੇਖੋ ਫੰਡਾਮੈਂਟਲ ਰਾਈਟਸ ਮਤਲਬ ਹਰੇਕ ਵਿਅਕਤੀ ਕੋਲੇ ਕੁਝ ਮੌਲਿਕ ਅਧਿਕਾਰ ਹੋਣੇ ਜ਼ਰੂਰੀ ਨੇ।
ਤਾਂ ਕਿ ਉਹ ਆਪਣੇ ਜਿਹੜੀਆਂ ਜੀਵਨ ਹੈ, ਆਪਣੀ ਜਿਹੜੀ ਲਾਈਫ ਹੈ ਉਹਨੂੰ ਚੰਗੀ ਤਰ੍ਹਾਂ ਜਿਉ ਸਕੇ। ਠੀਕ ਹੈ, ਤੇ ਇੰਡੀਅਨ ਕੌਨਸਟੀਟਿਊਸ਼ਨ ਵੀ ਜਿਹੜਾ ਹੈਗਾ ਉਹ 7 ਜਿਹੜੇ ਆਜ਼ਾਦੀ ਵੇਲੇ ਜਦੋਂ ਇੰਡੀਅਨ ਕੌਨਸਟੀਟਿਊਸ਼ਨ ਬਣਿਆ ਸੀਗਾ ਤਾਂ ਉਦੋਂ 7 ਅਧਿਕਾਰ ਸੀਗੇ, ਤੇ ਅੱਜ ਦੇ ਸਮੇਂ ਆਪਾਂ 6 ਅਧਿਕਾਰ ਆਪਣਾ ਸੰਵਿਧਾਨ ਆਪਾਂ ਨੂੰ ਦਿੰਦਾ ਹੈ। ਠੀਕ ਹੈ, ਤਾਂ ਇਹ ਮੌਲਿਕ ਅਧਿਕਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ ਇਹਨਾਂ ਨੂੰ ਕੀ ਹੈ ਪ੍ਰੋਟੈਕਟ ਕਰਨਾ ਵੀ ਜ਼ਰੂਰੀ ਹੈ। ਪ੍ਰੋਵੀਜ਼ਨ ਹੋਣਾ ਵੀ ਜ਼ਰੂਰੀ ਹੈ, ਮਤਲਬ ਮੌਲਿਕ ਅਧਿਕਾਰ ਮਿਲਣੇ ਚਾਹੀਦੇ ਨੇ ਲੋਕਾਂ ਨੂੰ, ਤੇ ਨਾਲ ਨਾਲ ਉਹਨੂੰ ਪ੍ਰੋਟੈਕਟ ਕਰਨਾ ਵੀ ਨਾਲ ਦੀ ਨਾਲ ਬਹੁਤ ਜ਼ਰੂਰੀ ਹੈ। ਉਹਨੂੰ ਪ੍ਰੋਟੈਕਟ ਕੌਣ ਕਰੂ, ਉਹ ਆਪਣਾ ਅਗਲਾ ਪੁਆਇੰਟ ਹੈ। ਅਗਲਾ ਪੁਆਇੰਟ ਕੀ ਹੈ, ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ, ਜੁਡੀਸ਼ਰੀ। ਕਿਸੇ ਵੀ ਦੇਸ਼ ਦੇ ਵਿੱਚ ਜਿਹੜੀ ਜੁਡੀਸ਼ਰੀ ਹੈ ਉਹ ਬਿਲਕੁਲ ਸੁਤੰਤਰ ਤੇ ਨਿਰਪੱਖ ਹੋਣੀ ਚਾਹੀਦੀ ਹੈ, ਕਿਉਂਕਿ ਜੁਡੀਸ਼ਰੀ ਹੀ ਮਤਲਬ ਕੀ ਹੈ ਲੋਕਾਂ ਦੇ ਅਧਿਕਾਰਾਂ ਨੂੰ ਪ੍ਰੋਟੈਕਟ ਕਰਦੀ ਹੈ, ਲੋਕਾਂ ਨੂੰ ਜਸਟਿਸ ਦੇਣ ਦਾ ਕੰਮ ਕਰਦੀ ਹੈ। ਠੀਕ ਹੈ, ਤਾਂ ਇਸ ਕਰਕੇ ਉੱਥੋਂ ਦੀ ਜਿਹੜੀ ਨਿਆਂਪਾਲਿਕਾ ਹੈ ਉਹ ਪੂਰੀ ਤਰ੍ਹਾਂ ਨਿਰਪੱਖ ਤੇ ਸੁਤੰਤਰ ਹੋਣਾ ਉਹਦਾ ਲਾਜ਼ਮੀ ਹੈ। ਤਾਂ ਇਹ ਅਗਲੀ ਵਿਸ਼ੇਸ਼ਤਾ ਹੈ ਲੋਕਤੰਤਰ ਦੀ। ਇਸ ਤੋਂ ਬਾਅਦ ਬਹੁਮਤ ਦਾ ਸ਼ਾਸਨ। ਬਹੁਮਤ ਮਤਲਬ ਮਾਈਜੋਰਿਟੀ, ਮਤਲਬ ਜਿਹਦੇ ਨਾਲ ਜ਼ਿਆਦਾ ਲੋਕ ਸਹਿਮਤ ਨੇ, ਸ਼ਾਸਨ ਉਹਦਾ ਹੋਣਾ। ਠੀਕ ਹੈ, ਤਾਂ ਇਹ ਵੀ ਲੋਕਤੰਤਰ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ ਕਿ ਜਿਹੜੀ ਗੱਲ ਨਾਲ ਜ਼ਿਆਦਾ ਲੋਕੀ ਸਹਿਮਤ ਨੇ ਉਹੀ ਜਿਹੜੀ ਹੈ ਗੱਲ ਹੈ ਉਹ ਇੰਪਲੀਮੈਂਟ ਹੋਊਗੀ, ਉਹੀ ਲਾਗੂ ਹੋਊਗੀ। ਅਗਲਾ ਪੁਆਇੰਟ ਵੈਰੀ ਇੰਪੋਰਟੈਂਟ, ਨਿਯਮਤ ਚੋਣਾਂ। ਦੇਖੋ ਲੋਕਤੰਤਰ ਦੇ ਲਈ ਬਹੁਤ ਜ਼ਰੂਰੀ ਹੈ ਕਿ ਵੀ ਹਰੇਕ ਕੁਛ ਸਮੇਂ ਦੇ ਬਾਅਦ, ਨਿਯਮਤ ਸਮੇਂ ਦੇ ਬਾਅਦ ਚੋਣਾਂ ਹੋਣ। ਠੀਕ ਹੈ, ਕਿਉਂਕਿ ਜੇ ਇਸ ਤਰ੍ਹਾਂ ਚੋਣਾਂ ਨਹੀਂ ਹੋਣਗੀਆਂ ਤਾਂ ਡਿਕਟੇਟਰਸ਼ਿਪ ਆਉਣ ਦਾ ਖਤਰਾ ਰਹਿੰਦਾ ਹੈ। ਤਾਂ ਆਪਾਂ ਦੇਖਦੇ ਹਾਂ ਚਾਈਨਾ ਦੇ ਵਿੱਚ ਅੱਜ ਦੇ ਸਮੇਂ ਜਾਂ ਰਸ਼ੀਆ ਦੇ ਵਿੱਚ ਇਸ ਵੱਲ ਨੂੰ ਉਹ ਦੇਸ਼ ਵੱਧ ਰਹੇ ਨੇ ਕਿਤੇ ਨਾ ਕਿਤੇ। ਠੀਕ ਹੈ ਜੀ, ਤਾਂ ਨਿਯਮਤ ਚੋਣਾਂ ਦਾ ਹੋਣਾ ਬਹੁਤ ਲਾਜ਼ਮੀ ਹੈ। ਇਹ ਤੋਂ ਬਾਅਦ ਸ਼ਕਤੀਆਂ ਦਾ ਵਿਕੇਂਦਰੀਕਰਨ, ਸੈਪਰੇਸ਼ਨ ਆਫ ਪਾਵਰਸ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਸੌਰੀ ਡੀਸੈਂਟਰਲਾਈਜੇਸ਼ਨ ਆਫ ਪਾਵਰਸ, ਡੀਸੈਂਟਰਲਾਈਜੇਸ਼ਨ ਆਫ ਪਾਵਰ। ਸ਼ਕਤੀਆਂ ਦੀ ਵੰਡ ਹੋਣੀ ਚਾਹੀਦੀ ਹੈ, ਮਤਲਬ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਵੀ ਸ਼ਕਤੀਆਂ ਇੱਕ ਹੱਥ ਦੇ ਵਿੱਚ ਆ ਜਾਣ। ਸ਼ਕਤੀਆਂ ਦੀ ਵੰਡ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਤਾਂ ਕਿ ਸ਼ਕਤੀਆਂ ਇੱਕ ਹੱਥ ਦੇ ਵਿੱਚ ਇਕੱਠੀਆਂ ਨਾ ਹੋਣ, ਤੇ ਅਲੱਗ-ਅਲੱਗ ਮਤਲਬ ਜਿਹੜੇ ਅਦਾਰੇ ਨੇ, ਅਲੱਗ-ਅਲੱਗ ਸੰਸਥਾਵਾਂ ਨੇ, ਉਹਨਾਂ ਕੋਲੇ ਸ਼ਕਤੀਆਂ ਹੋਣ। ਜਿਵੇਂ ਇੰਡੀਆ ਦੇ ਵਿੱਚ ਫੈਡਰਲਿਜ਼ਮ ਨੂੰ ਆਪਾਂ ਇਹਦੀ ਉਦਾਹਰਨ ਮੰਨ ਸਕਦੇ ਹਾਂ, ਜਿੱਥੇ ਕੀ ਹੈ ਸੈਂਟਰ ਕੋਲ ਪਾਵਰਸ, ਕੁਛ ਪਾਵਰ ਸੈਂਟਰ ਕੋਲ ਨੇ, ਕੁਛ ਪਾਵਰ ਸਟੇਟ ਕੋਲ ਨੇ, ਤੇ ਕੁਛ ਪਾਵਰਸ ਲੋਕਲ ਗਵਰਨਮੈਂਟ ਕੋਲ ਵੀ ਹੁੰਦੀਆਂ ਨੇ, ਜਿਹੜੀਆਂ ਪੰਚਾਇਤਾਂ ਵਗੈਰਾ ਹੁੰਦੀਆਂ ਨੇ। ਤਾਂ ਇਹ 10 ਪੁਆਇੰਟ ਸੀਗੇ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ। ਇਹ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਸ਼ੇਸ਼ਤਾਵਾਂ ਹੋ ਸਕਦੀਆਂ ਨੇਗੀਆਂ, ਤੇ ਤੁਸੀਂ ਇਹਤੇ ਥੋੜ੍ਹਾ ਜਿਹਾ ਹੋਰ ਧਿਆਨ ਨਾਲ ਇਹਨੂੰ ਮਤਲਬ ਕਿ ਪੜ੍ਹੀਓ। ਤੇ ਬਾਕੀ ਕਦੇ ਚਲੋ ਅੱਗੇ ਵੀ ਆਪਾਂ ਇਹਤੇ ਅਗਲੇ ਲੈਕਚਰ ਦੇ ਵਿੱਚ ਥੋੜ੍ਹੀ ਬਹੁਤ ਹੋਰ ਡਿਸਕਸ਼ਨ ਇਹਦੀਆਂ ਵਿਸ਼ੇਸ਼ਤਾਵਾਂ ਬਾਰੇ ਆਪਾਂ ਕਰਾਂਗੇ। ਅੱਜ ਦੇ ਲਈ ਇੰਨਾ ਹੀ। ਥੈਂਕ ਯੂ ਵੈਰੀ ਮੱਚ।